एक आम धारणा है कि पिंक कलर औरतां दे लई हुंदा है। सो 1972 पोलिंग बूथां दे विचों 9 पोलिंग बूथ सिर्फ फीमेल द्वारा रन किए जा रहे ने। ਚੋਣ ਮਿੱਤਰ ਸਾਡੇ ਨਾਲ ਨੇ ਜੀ। ਇਹ ਸਿਰਫ ਔਰਤਾਂ ਦੇ ਮੁੱਦੇ ਨਹੀਂ ਨੇ, ਇਹ ਸਾਡੇ ਬੇਟਿਆਂ ਦੇ ਵੀ ਮੁੱਦੇ ਨੇ। ਜੇ ਅੱਜ ਅਸੀਂ ਬੇਰੋਜ਼ਗਾਰੀ ਦੀ ਗੱਲ ਕਰੀਏ ਤੇ ਉਹ ਬੇਟਿਆਂ ਲਈ ਵੀ ਉਨੀ ਹੀ ਜ਼ਿਆਦਾ ਹੈ। प्रोग्रेस होनी चाहिए है, चाहे कोई आए बट प्रोग्रेस होगी। Sometimes क्या होता है कि the candidate is not up to like our expectations, so it is important कि सब लोग वोट डालें। ਜਿਹੜਾ मतदान केंद्र है बच्चों के लिए बकायदा क्रच भी बनाया है। मुद्दा किहड़ा है? पीस ਇਹ ਇਲਾਕਾ ਨਾ ਸਾਡਾ ਮਲੇਰਕੋਟਲਾ ਹੀ ਹੈ, ਜਿਹਨੂੰ ਕਹਿੰਦੇ ਨਾ ਕੋਈ ਡਿਸਪਿਊਟ ਨਹੀਂ ਹੈ ਕਿਸੇ ਇਲਾਕੇ 'ਚ, ਸਾਰੇ ਆਪਸ 'ਚ ਬਹੁਤ ਕਲੋਜ਼ਲੀ ਐਸੋਸੀਏਟ ਨੇ। ਕਿਸੇ ਨੂੰ ਕਿਸੇ ਦੇ ਨਾਲ ਕੋਈ ਉਹ ਖੁੰਨਸਬਾਜ਼ੀ ਨਹੀਂ, ਦੁਸ਼ਮਣੀ ਕੁਝ ਨਹੀਂ ਹੈਗਾ। एक आम धारणा है कि पिंक कलर औरतां दे लई हुंदा है। सो 1972 पोलिंग बूथां दे विचों 9 पोलिंग बूथ सिर्फ फीमेल द्वारा रन किए जा रहे ने, ਜਿਹੜੇ ਕਿ ਪਿੰਕ ਪੋਲਿੰਗ ਬੂਥ ਨੇ। ਸੋ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ VOTING ਦੀ ਸੁਵਿਧਾ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਪਿੰਕ ਕਲਰ ਦਾ ਜਿਹੜਾ ਹੈ ਇੱਕ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਸਜਾਇਆ ਗਿਆ ਹੈ। ਸੋ ਇੱਥੇ ਔਰਤਾਂ ਜਿਹੜੀਆਂ ਨੇ, ਸਟਾਫ ਸਾਰਾ ਕਾਲਜ ਦੀਆਂ ਕੁੜੀਆਂ ਵੱਲੋਂ ਮੇਨਟੇਨ ਕੀਤਾ ਜਾ ਰਿਹਾ ਹੈ। ਇਹਨਾਂ ਦੇ ਨਾਲ ਕਾਲਜ ਦੇ ਪ੍ਰੋਫੈਸਰ ਵੀ ਨੇ। HMV ਕਾਲਜ ਦੇ ਵਿੱਚ ਇਹ ਬਕਾਇਦਾ ਮਤਦਾਨ ਦਾ ਜਸ਼ਨ ਮਨਾਇਆ ਜਾ ਰਿਹਾ ਔਰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਬਕਾਇਦਾ ਇੱਕ ਯਾਦਗਾਰੀ ਤੋਹਫਾ ਵੀ ਦਿੱਤਾ ਜਾ ਰਿਹਾ ਹੈ। ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਪਿੰਕ ਬੂਥ ਜਿਹੜੇ ਕਿ ਬਣਾਏ ਜਾ ਰਹੇ ਨੇ। ਸੋ ਕਾਲਜ ਦੀਆਂ ਵਿਦਿਆਰਥਣਾਂ ਤੇ ਨਾਲ ਦੇ ਨਾਲ ਕਾਲਜ ਦੇ ਜਿਹੜੇ ਪ੍ਰੋਫੈਸਰ ਨੇ ਉਹ ਇਸ ਪਿੰਕ ਬੂਥ ਦੇ ਉੱਪਰ ਜਿਹੜੇ ਕਿ 1972 ਦੇ ਵਿੱਚ ਮਹਿਜ਼ 9 ਨੇ 33% ਦੀ ਗੱਲ ਕੀਤੀ ਜਾਂਦੀ ਹੈ। ਇਸ ਵਾਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਇੱਕ ਚੀਜ਼ ਜੋ ਬਹੁਤ ਵਧੀਆ ਹੋਈ ਹੈ ਉਹ ਇਹ ਹੈ ਕਿ ਔਰਤਾਂ ਸਾਹਮਣੇ ਆਈਆਂ ਨੇ। ਕਰਮਜੀਤ ਕੌਰ ਚੌਧਰੀ ਜਿਹੜੇ ਨੇ, ਜਿਨ੍ਹਾਂ ਨੂੰ ਉਹਨਾਂ ਦੇ ਪਤੀ ਦੇ ਜਾਣ ਤੋਂ ਬਾਅਦ ਜਦੋਂ ਇਹ ਸੀਟ ਖਾਲੀ ਹੁੰਦੀ ਹੈ ਤਾਂ ਉਹਨਾਂ ਨੂੰ ਪਰਿਵਾਰਵਾਦ ਨੂੰ ਅੱਗੇ ਵਧਾਉਂਦੇ ਹੋਇਆਂ ਇਹ ਟਿਕਟ ਦਿੱਤੀ ਜਾਂਦੀ ਹੈ। ਉਹਨਾਂ ਤੋਂ ਇਲਾਵਾ ਹੋਰ ਵੀ ਕਈ ਔਰਤਾਂ ਇਸ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਉਂਦੀਆਂ ਨੇ। ਪਰ 33% किस हद तक सही है? क्योंकि जे असी आदर्श पोलिंग बूथां की गल करिए तो महज 45 ने, और जे असी गल करिए इन्हां पिंक पोलिंग बूथां की जो कि फीमेल वालों रन किए जा रहे हैं वो महज 9 ने। सो कित्थे जाके असी खड़दे हां। खैर साडे नाल बड़े होए ने प्रिंसीपल मैम जी। मैम ਕਿਹੋ ਜਿਹਾ ਲੱਗ ਰਿਹਾ ਇਸ ਵੇਲੇ ਉਤਸ਼ਾਹ ਦੇਖ ਕੇ ਵੋਟਰਾਂ ਦੇ ਵਿੱਚ? ਦੇਖੋ ਜੀ, ਸਾਡੇ ਤਾਂ ਇੱਥੇ ਜੇ ਪੁੱਛੋਗੇ ਕਿ ਜੋਸ਼ ਕੈਸਾ ਹੈ ਤੇ ਅਸੀਂ ਕਹਾਂਗੇ ਜੋਸ਼ ਬੜਾ ਹਾਈ ਹੈ। ਹਾਊ ਇਜ਼ ਦ ਜੋਸ਼? ਹਾਊ ਇਜ਼ ਦ ਜੋਸ਼? ਜੋਸ਼ ਇਜ਼ ਵੈਰੀ ਹਾਈ ਐਂਡ ਦ ਇੰਟਾਇਰ ਕ੍ਰੈਡਿਟ ਗੋਜ਼ ਟੂ ਦ ਟੀਮ ਜਿਹੜੀ ਕਿ ਇੱਥੇ ਕੰਮ ਕਰ ਰਹੀ ਹੈ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ, ਜਿਹਦੇ ਸਦਕੇ ਅਸੀਂ ਅੱਜ ਇਹ ਪਿੰਕ ਪੋਲਿੰਗ ਬੂਥ ਇੱਥੇ ਬਣਾਇਆ। ਅਸੀਂ DC ਸਾਹਿਬ ਦੇ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਵੀ ਇਹੋ ਜਿਹਾ ਕੋਈ ਕੰਮ ਹੁੰਦਾ ਹੈ ਤਾਂ HMV ਉਹਨਾਂ ਦੀ ਪ੍ਰਾਇੋਰਟੀ ਲਿਸਟ ਦੇ ਵਿੱਚ ਸਭ ਤੋਂ ਉੱਪਰ ਹੁੰਦਾ ਹੈ। ਉਹਨੇ ਤੁਹਾਡੇ ਆਉਣ ਤੋਂ 10-15 ਮਿੰਟ ਪਹਿਲਾਂ DC ਸਾਹਿਬ ਵਿਜ਼ਿਟ ਕਰਕੇ ਗਏ ਨੇ ਐਂਡ ਉਹ ਇੰਤਜ਼ਾਮ ਦੇਖ ਕੇ ਬਹੁਤ ਖੁਸ਼ ਸੀ। ਅੱਜ ਇੱਥੇ ਕਾਸਮੈਟੋਲੋਜੀ ਡਿਪਾਰਟਮੈਂਟ ਜਿਹੜਾ ਹੰਸਰਾਜ ਮਹਿਲਾ ਮਹਾਵਿਦਿਆਲਾ ਦਾ ਹੈ, ਉਹਨਾਂ ਨੇ ਲੇਡੀਜ਼ ਲਈ ਸਪੈਸ਼ਲ ਨੇਲ ਆਰਟ ਦਾ ਕਾਰਨਰ ਲਗਾਇਆ ਹੋਇਆ ਹੈ। ਲੋਕਾਂ ਦੇ ਵੇਟਿੰਗ ਲਾਉਂਜ ਬਣੀ ਹੋਈ ਹੈ। ਜਿਹੜੇ ਮਾਪੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ ਆ ਰਹੇ ਨੇ ਉਹਨਾਂ ਲਈ ਕ੍ਰੈਚ ਬਣੀ ਹੋਈ ਹੈ ਔਰ ਈ ਵਹੀਕਲ, ਵੀਲ ਚੇਅਰ, ਇਹ ਸਾਰਾ ਕੁਝ ਤੁਸੀਂ ਇੱਥੇ ਦੇਖ ਪਾ ਰਹੇ ਹੋ। ਜਿਹੜੇ ਫਸਟ ਟਾਈਮ ਵੋਟਰਸ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਹੰਸਰਾਜ ਮਹਿਲਾ ਮਹਾਵਿਦਿਆਲਾ ਕਿਉਂਕਿ ਹਮੇਸ਼ਾ এনवायरमेंट ਦੀ ਗੱਲ ਕਰਦਾ ਹੈ ਤੇ ਅਸੀਂ ਜਿਹੜੇ ਬਜ਼ੁਰਗ ਨੇ, ਜਿਹੜੇ ਸੀਨੀਅਰ ਸਿਟੀਜ਼ਨਸ ਨੇ, ਉਹਨਾਂ ਨੂੰ ਵੀ ਪਲਾਂਟਰਸ ਦੇ ਕੇ ਸਨਮਾਨਿਤ ਕਰ ਰਹੇ ਹਾਂ। ਬਿਲਕੁਲ ਮੈਮ, ਪਰ ਜੇ ਅਸੀਂ ਮੁੱਦਿਆਂ ਦੀ ਗੱਲ ਕਰੀਏ ਤੇ ਤੁਹਾਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਔਰਤਾਂ ਅਣਗੌਲੀਆਂ ਗਈਆਂ ਨੇ? ਜੇ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਸੁਰੱਖਿਆ ਦੀ ਤਾਂ ਆਏ ਦਿਨ ਰੇਪ ਹੋ ਰਹੇ ਨੇ, ਆਏ ਦਿਨ ਔਰਤਾਂ ਦੀ ਸੁਰੱਖਿਆ ਦਾ ਮਾਮਲਾ ਜਿਹੜਾ ਹੈ, ਮੈਂ ਬਜ਼ੁਰਗ ਨੂਰਾਂ ਦੇ ਨਾਲ ਵੀ ਗੱਲ ਕਰ ਰਹੀ ਸੀ ਤਾਂ ਹੋਰ ਵੀ ਕਈ ਔਰਤਾਂ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਲੱਗਦਾ ਕਿ ਕੋਈ ਮੁੱਦਾ ਹੈ ਹੀ ਨਹੀਂ ਔਰਤਾਂ ਦੇ ਲਈ, ਜਾਂ ਫਿਰ ਉਹਨੂੰ ਸਿਰਫ ਤੇ ਸਿਰਫ 1000 ਰੁਪਏ ਤੱਕ ਹੀ ਮਹਿਦੂਦ ਕਰ ਦਿੰਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਔਰਤਾਂ ਦੇ ਲਈ ਬਹੁਤ ਸਾਰੇ ਮੁੱਦੇ ਨੇ? ਜੌਬ ਓਪਰਚੁਨਿਟੀਜ਼ ਦੇਖ ਲਈਏ ਜਾਂ ਫਿਰ ਸੁਰੱਖਿਆ ਦੇਖ ਲਈਏ। ਬੇਟੇ, ਜਿਹੜੇ ਮੁੱਦਿਆਂ ਦੀ ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਹੈ ਕਿ ਉਹ ਮੁੱਦੇ ਜਿਹੜੇ ਹੈ ਉਹ ਸਾਡੇ ਸਮਾਜ ਦਾ ਇੱਕ ਹਿੱਸਾ ਬਣ ਚੁੱਕੇ ਨੇ। ਇਹ ਸਿਰਫ ਔਰਤਾਂ ਦੇ ਮੁੱਦੇ ਨਹੀਂ ਨੇ, ਇਹ ਸਾਡੇ ਬੇਟਿਆਂ ਦੇ ਵੀ ਮੁੱਦੇ ਨੇ। ਜੇ ਅੱਜ ਅਸੀਂ ਬੇਰੋਜ਼ਗਾਰੀ ਦੀ ਗੱਲ ਕਰੀਏ ਤੇ ਉਹ ਬੇਟਿਆਂ ਲਈ ਵੀ ਉਨੀ ਹੀ ਜ਼ਿਆਦਾ ਹੈ। ਸਿਰਫ ਇਹ ਹੈ ਕਿ ਅੱਜ ਕਿਉਂਕਿ ਔਰਤ ਜਾਗਰੂਕ ਹੋ ਗਈ ਹੈ, ਅਸੀਂ ਉਹਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਇਸ ਕਰਕੇ ਇਹ ਮੁੱਦੇ ਜਿਹੜੇ ਹੈ ਉਹ ਸਰਫੇਸ ਤੇ ਜ਼ਿਆਦਾ ਆ ਰਹੇ ਨੇ। ਸੋ ਜਿੱਥੇ ਤੱਕ ਤੁਸੀਂ ਉਹਨਾਂ ਦੀ ਸੁਰੱਖਿਆ ਦੀ ਗੱਲ ਕੀਤੀ ਹੈ ਤੇ ਅਸੀਂ ਇੱਕ HMV ਦੇ ਵਿੱਚ ਇੱਕ ਸਲੋਗਨ ਜਿਹੜਾ ਹੈ ਉਹ
ਸਿਰਜਿਆ ਹੋਇਆ ਹੈ। ਮੈਂ ਉਹ ਸਲੋਗਨ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ। ਉਹ ਸਲੋਗਨ ਹੈਗਾ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ। ਇਹ ਤਾਂ ਬਹੁਤ ਹੋ ਗਿਆ, ਹੁਣ ਸਮੇਂ ਹੈਗਾ ਹੈ ਬੇਟਾ ਸਮਝਾਓ ਤੇ ਬਜ਼ੁਰਗ ਅਪਣਾਓ। ਕੀ ਬਾਤ ਹੈ। ਜਦੋਂ ਅਸੀਂ ਬੇਟਿਆਂ ਨੂੰ ਸਮਝਾ ਲਵਾਂਗੇ ਕਿ ਔਰਤ ਦਾ ਅਸੀਂ ਸਨਮਾਨ ਕਿਸ ਤਰ੍ਹਾਂ ਕਰਨਾ ਹੈ, ਜਦੋਂ ਅਸੀਂ ਬਜ਼ੁਰਗਾਂ ਦੀ ਪੂਰੀ ਇੱਜ਼ਤ ਕਰਨੀ ਸ਼ੁਰੂ ਕਰ ਦਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਸਮਾਜ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਆਪਣੇ ਆਪ ਹੱਲ ਹੋ ਜਾਣਗੀਆਂ। ਅੱਜ ਦਾ ਮੌਕਾ ਹੈਗਾ ਇੱਕ ਪੋਲਿੰਗ ਦਾ ਉਤਸਵ ਮਨਾਉਣ ਦਾ। ਮੈਂ ਉਤਸਵ ਕਿਉਂ ਕਹਿ ਰਹੀ ਹਾਂ, ਮੈਂ ਜਸ਼ਨ ਕਿਉਂ ਕਹਿ ਰਹੀ ਹਾਂ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਖੁਸ਼ੀ ਦੇ ਨਾਲ ਕਰਦੇ ਹਾਂ ਤੇ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਨਿਕਲਦਾ ਹੈ ਔਰ ਉਹਦੇ ਵਿੱਚ ਭਾਗੀਦਾਰੀ ਕਰਕੇ ਅਸੀਂ ਆਪਣੀ ਡੈਮੋਕ੍ਰੇਸੀ ਨੂੰ, ਅਸੀਂ ਆਪਣੇ ਲੋਕਤੰਤਰ ਨੂੰ ਵੀ ਆਪਣੇ ਵੱਲੋਂ ਇੱਕ ਇਹ ਸੁਨੇਹਾ ਦੇ ਰਹੇ ਹਾਂ ਕਿ ਯੈਸ, ਅਸੀਂ ਸਭ ਤੋਂ ਵੱਡੇ ਲੋਕਤੰਤਰ ਦੇ ਪਹਿਰੇਦਾਰ ਹਾਂ, ਅਸੀਂ ਉਹਦੇ ਹਿੱਸੇਦਾਰ ਹਾਂ। ਵੋਟ ਪਾਣਾ ਸਾਡਾ ਫਰਜ਼ ਹੈ, ਸਾਡਾ ਅਧਿਕਾਰ ਹੈ ਔਰ ਤਾਂ ਹੀ ਅਸੀਂ ਸਰਕਾਰ ਵੱਲੋਂ ਉਮੀਦ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕੀ ਕਰ ਰਹੀ ਹੈ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। Sometimes क्या होता है कि the candidate is not up to like our expectations. So it is important कि सब लोग वोट डालें and choose the right candidate for themselves. I think you are also student of HMV college. Yes, we are the student and a part of student council at HMV. Okay. And we feel really proud to be an HMVian as well as a proud Indian by voting. ਜਲੰਧਰ ਦੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਅੱਜ 10 ਮਈ ਉਹ ਦਿਨ ਆ ਗਿਆ ਜਦੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਏਗਾ। ਜਲੰਧਰ ਦੇ ਵਿੱਚ ਟੋਟਲ 1972 ਪੂਲਿੰਗ ਬੂਥ ਨੇ ਔਰ 19 ਉਮੀਦਵਾਰ ਇਸ ਵੇਲੇ ਆਪਣੀ ਕਿਸਮਤ ਦਾ ਫੈਸਲਾ ਕਰਨ ਦੇ ਲਈ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਸੋ ਜੇ ਇਹਨਾਂ ਪੋਲਿੰਗ ਬੂਥਾਂ ਤੇ ਨਜ਼ਰ ਮਾਰੀਏ ਤਾਂ 45 ਮਾਡਲ ਬੂਥ ਨੇ। ਮਾਡਲ ਬੂਥ ਉਹ ਹੁੰਦੇ ਨੇ ਜਿੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਹੈ, ਬਕਾਇਦਾ ਐਨ ਚੱਕਾਚੱਕ ਪੋਲਿੰਗ ਬੂਥ, ਜਿਹਨੂੰ ਤੁਸੀਂ ਕਹਿ ਸਕਦੇ ਹੋ ਮਤਦਾਨ ਕੇਂਦਰ, ਤੁਸੀਂ ਕਹਿ ਸਕਦੇ ਹੋ ਆਦਰਸ਼ ਮਤਦਾਨ ਕੇਂਦਰ, ਜਿੱਥੇ ਡਿਸੇਬਲ ਲੋਕਾਂ ਦੇ ਲਈ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਹੁੰਦੀ ਹੈ। ਬਕਾਇਦਾ ਰੈਂਪ ਬਣਾਏ ਹੁੰਦੇ ਨੇ, ਬਲਾਈਂਡ ਜਿਹੜੇ ਨੇ ਉਹਨਾਂ ਦੇ ਲਈ ਵੀ ਫੈਸਿਲਿਟੀ ਹੁੰਦੀ ਹੈ। ਇਸ ਵੇਲੇ ਜਿਸ ਜਗ੍ਹਾ ਤੇ ਅਸੀਂ ਖੜੇ ਆ, ਸਾਡੇ ਪਿੱਛੇ APJ ਕਾਲਜ ਦੇ ਵਿੱਚ ਇੱਕ ਮਾਡਰਨ ਪੋਲਿੰਗ ਬੂਥ ਬਣਾਇਆ ਗਿਆ। ਇਸ ਦੇ ਨਾਲ ਨਾਲ ਤੁਹਾਨੂੰ ਅਸੀਂ ਫੀਮੇਲ ਪੋਲਿੰਗ ਬੂਥ ਜਿਹੜਾ ਹੈ ਉਹ ਵੀ ਦਿਖਾਵਾਂਗੇ। ਟੋਟਲ 9 ਜਿਹੜੇ ਨੇ ਫੀਮੇਲ ਪੋਲਿੰਗ ਬੂਥ ਵੀ ਨੇ, ਜਿੱਥੇ ਸਾਰੇ ਦਾ ਸਾਰਾ ਕੰਮਕਾਜ ਔਰਤਾਂ ਹੀ ਸਾਂਭ ਰਹੀਆਂ ਨੇ, ਔਰਤਾਂ ਹੀ ਕਰ ਰਹੀਆਂ ਨੇ। ਬੜੀ ਇੰਟਰਸਟਿੰਗ ਜੀ ਜਗ੍ਹਾ ਤੇ ਅਸੀਂ ਖੜੇ ਆ। ਤੁਸੀਂ ਮੇਰੇ ਇਸ ਪਾਸੇ ਨਜ਼ਰ ਮਾਰੋ, ਮੈਂ ਕੈਮਰਾਮੈਨ ਨੂੰ ਕਹੂੰਗੀ ਕਿ ਨਜ਼ਰ ਘੁਮਾਉਣ, ਤੇ ਜਿਹੜਾ ਇਹ ਵਾਲਾ ਪਾਸਾ ਹੈ ਇਹ ਆਉਂਦਾ ਹੈ ਜੀ ਜਲੰਧਰ ਸੈਂਟਰ ਦੇ ਵਿੱਚ ਹਲਕਾ। ਔਰ ਜੇ ਤੁਸੀਂ ਇਸੇ ਸੜਕ ਦੇ ਦੂਜੇ ਪਾਸੇ ਨਜ਼ਰ ਮਾਰੋ ਤੇ ਇਹ ਆਉਂਦਾ ਹੈ ਜੀ ਪ੍ਰਗਟ ਸਿੰਘ ਹੁਰਾਂ ਦਾ ਇਲਾਕਾ, ਯਾਨੀ ਜਲੰਧਰ। ਸੋ ਇਸ ਤਰੀਕੇ ਦੇ ਨਾਲ ਇਸ ਤੋਂ ਅਗਲੀ ਗਲੀ ਦੇ ਵਿੱਚ ਅਗਲਾ ਹਲਕਾ ਆ ਜਾਂਦਾ ਹੈ। ਸੋ ਬੜਾ ਹੀ ਕਨਫਿਊਜ਼ਨ ਵਾਲਾ ਏਰੀਆ ਹੈ। ਬੜੇ ਸਾਨੂੰ ਇੰਟਰਸਟਿੰਗ ਗੱਲਾਂ ਦੱਸ ਰਹੇ ਨੇ ਜੀ। ਕੀ ਲੱਗਦਾ ਪਿਆ ਫਿਲਹਾਲ ਤਾਂ? ਫਿਲਹਾਲ ਤਾਂ ਮੈਮ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਫਾਈਟ ਹੈ। ਓਕੇ, ਬਾਕੀ ਹੈਗੇ ਤੁਸੀਂ BJP ਵਾਲੇ ਪਾਸੇ ਹੋ? ਉਹ ਤਾਂ ਸਾਰੇ ਇਹ ਇਲਾਕਾ ਨਾ ਸਾਡਾ ਮਲੇਰਕੋਟਲਾ ਹੀ ਹੈ, ਜਿਹਨੂੰ ਕਹਿੰਦੇ ਨਾ ਕੋਈ ਡਿਸਪਿਊਟ ਨਹੀਂ ਹੈ ਕਿਸੇ ਇਲਾਕੇ 'ਚ। ਸਾਰੇ ਆਪਸ 'ਚ ਬਹੁਤ ਕਲੋਜ਼ਲੀ ਐਸੋਸੀਏਟ ਨੇ। ਕਿਸੇ ਦੇ ਨਾਲ ਕੋਈ ਉਹ ਖੁੰਨਸਬਾਜ਼ੀ ਨਹੀਂ, ਦੁਸ਼ਮਣੀ ਕੁਝ ਨਹੀਂ ਹੈਗਾ। ਨਾ ਕੋਈ ਪਾਰਟੀ ਦਾ ਇੱਦਾਂ ਦਾ ਕੋਈ ਕਨਸੈਪਟ ਹੈ ਕਿ ਕਿਸੇ ਨੂੰ ਕੋਈ ਕਿਸੇ ਤੋਂ ਪ੍ਰੋਬਲਮ ਹੋਵੇ। ਕੋਈ ਵੀ ਇੱਥੇ MLA ਬੰਦਾ ਜਾਂ ਕਾਉਂਸਲਰ ਹੈ, ਉਹ ਦੂਜਾ ਨਾ ਵੀ ਹੋਵੇ ਤਾਂ ਵੀ ਇੱਕ ਦੂਜੇ ਲਈ ਇੰਨੀ ਸਪੋਰਟ ਕਰਦੇ ਇੱਥੇ ਸਾਰੇ ਜਣੇ ਕਿ ਇੱਥੇ ਕਦੀ ਉਹ ਮਾਹੌਲ ਹੀ ਨਹੀਂ ਹੋਇਆ ਕਿ ਤੁਸੀਂ ਇੱਥੇ ਕੋਈ BJP ਦਾ ਕਿ ਕਾਂਗਰਸ ਨੂੰ ਹੈ ਕਿ ਆਮ ਆਦਮੀ ਪਾਰਟੀ ਨੂੰ। ਇੱਥੇ ਬਹੁਤ ਜ਼ਿਆਦਾ ਸਾਰੇ ਇੱਕ ਦੂਜੇ ਨਾਲ ਹੰਬਲੀ ਕੰਮ ਕਰਦੇ ਆ ਤੇ ਇੱਕ ਦੂਜੇ ਨੂੰ ਪੂਰਾ ਸਪੋਰਟ ਰੱਖਦੇ ਆ। ਯਾਨੀ ਕਿ ਸ਼ਾਮ ਨੂੰ 6 ਵਜੇ ਤੋਂ ਬਾਅਦ ਸਭ ਇਕੱਠੇ ਹੋਣਗੇ ਇੱਥੇ ਮੈਮ ਸਾਰੀ ਕਾਲੋਨੀ ਇੱਥੇ ਹੁੰਦੀ ਹੈ ਸਾਰੇ, ਕਿਉਂਕਿ ਇੱਕ ਆਪਸ 'ਚ ਮੁਹੱਬਤ ਹੀ ਇੰਨੀ ਹੈ। ਤੇ ਤਿਉਹਾਰ ਇਕੱਠੇ ਮਨਾਉਣੇ ਸਾਰਿਆਂ ਨੇ। ਪਾਰਕ ਹੈਗਾ ਆਪਣਾ ਉੱਧਰ ਸਾਰਾ, ਸ਼ਾਮ ਨੂੰ ਉੱਥੇ ਟੀ ਪਾਰਟੀ ਚੱਲਦੀ ਹੈ ਸਵੇਰੇ ਹਰ ਅੰਤਲੀ, ਤੇ ਉਹ ਸਾਰੇ ਜਣੇ ਇਕੱਠੇ ਹੀ ਹੁੰਦੇ। ਉਹ ਤਿੰਨੋਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਆਪਣੇ ਕਾਉਂਸਲਰ ਹੈ ਉਹ ਤਿੰਨੋਂ ਇਕੱਠੇ ਹੀ ਬੈਠਦੇ ਆ। ਉਹ ਇੱਕ ਖੂਬਸੂਰਤ ਮਾਹੌਲ ਹੈ ਸਾਡੇ ਵਾਰਡ ਦਾ। ਬੇਸਿਕਲੀ 52 ਨੰਬਰ ਵਾਰਡ ਤੇ 52 ਨੰਬਰ ਵਾਰਡ ਦੀ ਇਹੀ ਖੂਬਸੂਰਤੀ ਹੈ ਕਿ ਇਹ ਬਹੁਤ ਖੂਬਸੂਰਤ ਤਰੀਕੇ ਨਾਲ ਸਾਰਿਆਂ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਇੱਥੇ, ਕੋਈ ਕਿਸੇ ਨਾਲ ਡਿਸਪਿਊਟ ਨਹੀਂ ਹੈਗਾ ਜੀ। ਬਿਲਕੁਲ ਸ਼ੁਕਰੀਆ ਜੀ। ਗੱਲ ਕਰ ਲੈਂਦੇ ਆ, ਕਿੰਨੀ ਕੁ ਹੁਣ ਤੱਕ ਜਿਹੜੀ ਹੈ ਪੋਲਿੰਗ ਹੋ ਚੁੱਕੀ ਹੈ? ਕਿੰਨੇ ਕੁ ਲੋਕ ਹੁਣ ਤੱਕ ਮਤਦਾਨ ਕਰਨ ਆ ਚੁੱਕੇ ਹੈ? ਹੁਣ ਤੱਕ 150 ਦੇ ਕਰੀਬ ਪੋਲਿੰਗ ਹੋ ਚੁੱਕੀ ਹੈ ਜੀ। ਪਲੱਸ ਆ ਏਰੀਆ ਜਿੰਨਾ ਵੀ ਹੈਗਾ BJP ਡੋਮੀਨੇਟਿਡ ਏਰੀਆ ਹੈਗਾ, ਇਹ ਤੋਂ ਹਰ ਵਾਰ BJP ਹੀ ਅੱਪ ਜਾਂਦੀ ਹੈ ਸਭ ਉਸ ਤੋਂ। ਪਰ ਜੇ ਦੇਖਿਆ ਜਾਵੇ ਓਵਰਆਲ ਇਸ ਵੇਲੇ ਲੋਕ ਸਭਾ ਜ਼ਿਮਨੀ ਚੋਣਾਂ ਦੀ ਅਸੀਂ ਗੱਲ ਕਰ ਰਹੇ ਹਾਂ। ਸੋ ਲੋਕ ਸਭਾ ਜ਼ਿਮਨੀ ਚੋਣਾਂ ਦੇ ਵਿੱਚ ਹਵਾ ਕਿਸ ਪਾਸੇ ਦੀ ਹੈ? ਹਵਾ ਤੇ BJP ਦੀ ਹੈ ਜੀ। ਅੱਛਾ, ਹਾਂਜੀ, ਮੋਦੀ ਜੀ ਦੇ ਕਾਰਨ ਸਾਰੇ ਇੱਥੇ BJP ਨੂੰ ਹੀ ਸਪੋਰਟ ਕਰ ਰਹੇ ਆ। ਅਸੀਂ ਇਕੱਲੇ ਵੋਟਰ ਨਾਲ ਗੱਲ ਕਰ ਰਹੇ ਹਾਂ ਤੇ ਸਾਰੇ BJP ਨੂੰ ਸਾਡੇ ਹੀ ਬੂਥ ਤੇ ਆ ਰਹੇ ਆ ਤੇ BJP ਨੂੰ ਸਪੋਰਟ ਕਰ ਰਹੇ ਸਾਰੇ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਗਲੇ ਬੂਥ ਵੱਲ ਵੀ ਝਾਤ ਪਾਉਂਦੇ ਆ। ਸੋ ਕੀ ਲੱਗਦਾ ਹੈ ਕਿ ਕਾਂਗਰਸ, ਨੋ ਡਾਊਟ ਕਾਂਗਰਸ ਦਾ ਦਬਦਬਾ ਰਿਹਾ ਹੈ। ਜੇ ਅਸੀਂ 9 ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਉੱਥੇ ਵੀ ਕਾਂਗਰਸ ਹੀ 5 ਵਿਧਾਨ ਸਭਾ ਹਲਕਿਆਂ ਦੇ ਉੱਪਰ ਕਾਬਜ਼ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ
ਕੀ ਇਹ ਜੰਗ ਜਿੱਤਣੀ ਸੌਖੀ ਹੈ? ਮੈਮ ਅਸੀਂ ਕਾਂਗਰਸ ਦੇ ਬੂਥ ਤੇ ਬੈਠੇ ਆ ਤੇ ਡੈਫੀਨੇਟਲੀ ਕਾਂਗਰਸ ਹੀ ਜਿੱਤੂਗੀ, ਕਿਉਂਕਿ ਇੰਨੇ ਸਾਲਾਂ ਤੋਂ ਕਾਂਗਰਸ ਹੀ ਜਿੱਤਦੀ ਆਈ ਆ। ਕਾਂਗਰਸ ਦੀ ਲੋਕ ਪੱਖੀ ਨੀਤੀਆਂ ਜੋ ਵੀ ਆ ਇੱਥੇ ਵਿਕਾਸ ਹੋਇਆ ਸੀ ਤੇ ਡੈਫੀਨੇਟਲੀ ਕਾਂਗਰਸ ਜਿੱਤੇਗੀ। ਤੇ ਤੁਸੀਂ ਵੀ ਜੇ ਜਲੰਧਰ ਤੋਂ ਜ਼ਰੂਰ ਕਾਂਗਰਸ ਨੂੰ ਵੋਟ ਪਾਓ, ਕਿਉਂਕਿ ਹਮੇਸ਼ਾ ਇਹਨਾਂ ਨੇ ਸਾਥ ਦਿੱਤਾ, ਹਰੇਕ ਤਬਕੇ ਦੇ, ਇਹ ਨਹੀਂ ਜਿਹੜੇ ਵਰਗ ਵੀ ਹੋਏ ਸਾਰਿਆਂ ਦਾ ਸਾਥ ਦਿੱਤਾ ਕਾਂਗਰਸ ਨੇ। ਸੋ ਡੈਫੀਨੇਟਲੀ ਕਾਂਗਰਸ ਨੂੰ ਵੋਟ ਪਾਏ ਜੀ। ਕੀ ਫੈਸਿਲਿਟੀਜ਼ ਦੇ ਰਹੇ ਹੋ ਇੱਥੇ? मैम यहाँ पर मॉडल क्योंकि ये जो बूथ है मॉडल बूथ है, तो यहाँ पर जो भी फर्स्ट टाइम वोटर हैं उनके लिए हम यंग वोटर का सर्टिफिकेट इशू कर रहे हैं। इसके अलावा जो सीनियर सिटीजन वोटर्स हैं उनको भी सर्टिफिकेट इशू किया जा रहा है। बाहर हम लोगों ने जो इन्फेक्टेड पीपल हैं, जो पर्सन ये सोचते हैं कि उनको हमें कोरोना के बचाव के लिए प्रबंध वो किए गए हैं बाहर। इसके अलावा जो BLO हैं वो सपोर्ट कर रहे हैं उनको बाहर बूथ तक पहुंचा रहे हैं, और हमारी तरफ से पूरा सपोर्ट किया जा रहा है वोटर्स को, जिस तरह से भी उनको हेल्प चाहिए हम लोग कर रहे हैं। ਕੀ ਲੱਗਦਾ ਹੈ ਕਿ ਕਿਹੜਾ ਇੱਕ ਅਹਿਮ ਮੁੱਦਾ ਹੈ ਜਿਹਨੂੰ ਲੈ ਕੇ ਵੋਟ ਪਾਉਣੀ ਜ਼ਰੂਰੀ? ਮੈਂ ਨਹੀਂ ਪੁੱਛੂੰਗੀ ਕਿ ਕਿਹਨੂੰ ਪਾ ਰਹੇ ਹੋ, ਉਹ ਤੁਹਾਡੀ ਆਪਣੀ ਪੋਲਿੰਗ ਬੂਥ ਤੇ ਜਾ ਕੇ ਪਤਾ ਲੱਗੇਗਾ, ਪਰ ਮੁੱਦਾ ਕਿਹੜਾ ਹੈ? पीस ਪੀਸ ਜੀ। ਸੋ ਸਿਰਫ ਪੀਸ, ਔਰਤਾਂ ਦਾ ਕੋਈ ਮੁੱਦਾ ਨਹੀਂ ਹੋਰ? नहीं मैं पीस ठीक है, शांति बस। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਬੇਸਿਕਲੀ ਮੁੱਦਾ ਹੈ ਜਿਹਦੇ ਸਿਰ ਤੇ ਅਸੀਂ ਇਹ ਵੋਟ ਪਾਈਏ ਔਰ ਉਹ ਕੈਂਡੀਡੇਟ ਸਾਡੇ ਲਈ ਸਹੀ ਹੋਵੇ ਜਿਹਨੂੰ ਵੀ ਵੋਟ ਪਾਈਏ? ਦੇਖੋ ਜੀ, ਗੱਲ ਤਾਂ ਇਹ ਹੈ ਕਿ ਬੜਾ ਅਨਫੋਰਚੂਨੇਟ ਰਿਹਾ ਹੈ ਕਿ ਪੰਜਾਬ ਦੇ ਨਾਲ ਜਿਹੜੀ ਸੈਂਟਰ ਦੀ ਵੀ ਸਰਕਾਰ ਹੁੰਦੀ ਹੈ ਜੀ, ਉਹ ਪੰਜਾਬ ਨੂੰ ਕਦੀ ਮਿਲੀ ਨਹੀਂ। ਠੀਕ ਹੈ ਨਾ, ਪਿਛਲੇ ਕਈ ਸਾਲਾਂ ਤੋਂ, ਮੇਰੇ ਖਿਆਲ 15-20 ਸਾਲਾਂ ਤੋਂ ਸੈਂਟਰ 'ਚ ਹੋਰ ਸਰਕਾਰ ਹੈ, ਇੱਥੇ ਕੋਈ ਹੋਰ ਸਰਕਾਰ ਹੈ। ਮਤਰਿਆ ਜਿਹੜਾ ਵਿਹਾਰ ਹੈ, ਹਾਂ, ਉਹ ਮਤਰਿਆ ਵਿਹਾਰ ਰਿਹਾ ਹੀ ਹੈ ਪੰਜਾਬ ਦੇ ਨਾਲ। ਹੁਣ ਸਮਝ ਨਹੀਂ ਆ ਰਹੀ, ਹੁਣ BJP ਉੱਥੇ ਹੈ ਤੇ ਹੁਣ ਇੱਥੇ BJP ਨਹੀਂ ਆਂਦੀ ਤੇ ਤਾਂ ਵੀ ਗਲਤ ਹੈ, ਤੇ ਹੁਣ 24 ਦੀ ਇਲੈਕਸ਼ਨ ਅੱਗੇ ਹੈ ਤੇ BJP ਉੱਥੇ ਨਾ ਆਈ ਤੇ ਇੱਥੇ ਕੋਈ ਹੋਰ ਆ ਗਈ ਤੇ ਤਾਂ ਵੀ ਗਲਤ ਹੈ। ਸੋ ਬੜੀ ਦੁਵਿਧਾ ਦੇ ਵਿੱਚ ਹੀ ਹੈ ਪੰਜਾਬ ਫॉर ਅ ਵੈਰੀ ਲੌਂਗ ਟਾਈਮ ਨਾਓ। ਸੋ ਬਸ ਇਹੀ ਹੈ ਜੀ ਹੁਣ ਕਿ ਵੀ ਅਸੀਂ ਤੇ ਇਹੀ ਚਾਹੁੰਦੇ ਹਾਂ ਜਿਹੜੀ ਸੈਂਟਰ ਦੀ ਸਰਕਾਰ ਹੋਵੇ ਪੰਜਾਬ 'ਚ ਆਏ ਤੇ ਪੰਜਾਬ ਨੂੰ ਫਾਇਦਾ ਮਿਲੇ। ਬੇਸਿਕਲੀ ਮੁੱਦਾ ਕੀ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਸਰਕਾਰ, ਕਿਉਂਕਿ ਅਸੀਂ ਪਾਰਟੀਬਾਜ਼ੀ ਤੋਂ ਜੇ ਉੱਪਰ ਉੱਠ ਕੇ ਸੋਚੀਏ ਤਾਂ ਪੰਜਾਬ ਕਿਸ ਚੀਜ਼ ਦੇ ਨਾਲ, ਦੇਖੋ ਕੋਈ ਵੀ ਸਰਕਾਰ ਆਵੇ ਮਰਦਾ ਤਾਂ ਹਰ ਵਾਰੀ ਪੰਜਾਬ ਹੀ ਹੈ ਨਾ। ਬਿਲਕੁਲ ਮਰਦਾ ਪਿਆ ਜੀ, ਕਾਫੀ ਟਾਈਮ ਤੋਂ ਮਰ ਰਿਹਾ, ਔਰ ਇਹੀ ਮੇਨ ਫੈਕਟਰੀ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਜੀ। ਸੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਪੀਸ ਹੋਵੇ, ਡਿਵੈਲਪਮੈਂਟ ਹੋਵੇ, ਇਸ ਤੋਂ ਇਲਾਵਾ ਜੀ ਹੋਰ ਕੀ ਹੈ, ਹਰ ਬੰਦਾ ਡਿਵੈਲਪਮੈਂਟ ਚਾਹੁੰਦਾ ਹੈ। ਬਾਕੀ ਸਟੇਟਾਂ ਸਾਰੀਆਂ ਇੰਨੀਆਂ ਅੱਗੇ ਲੰਘ ਗਈਆਂ ਸਾਡੇ ਤੋਂ, ਜਿਹੜਾ ਹੱਦ ਸਾਹਿਬ ਹੀ ਨੇ। ਜਿਹੜੇ ਇੱਥੋਂ ਦੇ ਬੱਚੇ ਨੇ, ਨੌਜਵਾਨ ਨੇ, ਉਹ ਪਲਾਇਨ ਕਰ ਚੁੱਕੇ ਨੇ, ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਨੇ, ਔਰ ਇੱਥੇ ਬਹੁਤ ਬਜ਼ੁਰਗ ਹੀ ਤੁਸੀਂ ਦੇਖ ਪਾ ਰਹੇ ਹੋ, ਜ਼ਿਆਦਾਤਰ ਉਹੀ ਆ ਰਹੇ ਨੇ। ਨੌਜਵਾਨ ਤਬਕਾ ਪੜ੍ਹ ਰਿਹਾ ਹੈ, ਪੜ੍ਹ ਕੇ ਬਾਹਰ ਚੱਲ ਰਿਹਾ, ਵਿਦੇਸ਼ਾਂ ਨੂੰ ਜਾ ਰਿਹਾ। ਸੋ ਬਹੁਤ ਸਾਰੇ ਬਜ਼ੁਰਗ ਤੁਸੀਂ ਇੱਥੇ ਦੇਖ ਰਹੇ ਹੋ ਕਿ ਉਹਨਾਂ ਨੂੰ ਬਕਾਇਦਾ ਹਰ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ। ਇਹ ਹੁੰਦਾ ਹੈ ਇੱਕ ਮਾਡਰਨ ਪੋਲਿੰਗ ਬੂਥ ਜੀ। ਬਹੁਤ ਸਾਰੇ ਵੋਟਰਸ ਇੱਥੇ ਆਏ ਹੋਏ ਨੇ, ਬਹੁਤ ਸਾਰੀਆਂ ਬੱਚੀਆਂ ਇਹੋ ਜਿਹੀਆਂ ਨੇ ਜੋ ਕਿ ਫਸਟ ਟਾਈਮ ਵੋਟਰ ਨੇ। ਉਹਨਾਂ ਦੇ ਲਈ ਮੈਮ ਕੀ ਫੈਸਿਲਿਟੀਜ਼ ਦੇ ਰਹੇ ਹੋ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੋਰ ਐਨਕਰੇਜ ਕਰ ਰਹੇ ਹੋ? ਦੇਖੋ ਅਸੀਂ ਕਿਸੇ ਵੀ ਤਰ੍ਹਾਂ ਦਾ ਜੈਂਡਰ ਦਾ ਭੇਦਭਾਵ ਨਹੀਂ ਕਰਦੇ। ਬੇਟੀਆਂ ਆ ਰਹੀਆਂ ਤੇ ਰਾਦਰ ਅਸੀਂ ਉਹਨਾਂ ਨੂੰ ਇੱਕ ਐਜ ਦੇ ਰਹੇ ਹਾਂ ਕਿ ਉਹਨਾਂ ਦੀ ਨੇਲ ਆਰਟ ਕਰਕੇ ਅਸੀਂ ਉਹਨਾਂ ਨੂੰ ਹੋਰ ਜ਼ਿਆਦਾ ਐਲੀਵੇਟਿਡ ਫੀਲ ਕਰਾ ਰਹੇ ਹਾਂ। ਹਾਲਾਂਕਿ ਜਿਹੜੇ ਬੇਟੇ ਵੀ ਸਾਡੇ ਕੋਲ ਫਸਟ ਟਾਈਮ ਵੋਟਰਸ ਆ ਰਹੇ ਨੇ, ਅਸੀਂ ਉਹਨਾਂ ਨੂੰ ਵੀ ਸਰਟੀਫਿਕੇਟ ਦੇ ਰਹੇ ਹਾਂ, ਉਹਨਾਂ ਨੂੰ ਵੀ ਪਲਾਂਟਰਸ ਦੇ ਰਹੇ ਹਾਂ, ਤਾਂ ਕਿ ਉਹਨਾਂ ਲਈ ਇਹ ਵਾਲਾ ਦਿਨ ਜਿਹੜਾ ਹੈ ਉਹ ਇੱਕ ਯਾਦਗਾਰ ਦਿਨ ਬਣ ਸਕੇ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸ ਪੋਲਿੰਗ ਬੂਥ ਦੇ ਉੱਪਰ ਜਿੱਥੇ ਤੁਸੀਂ ਰੰਗਤ ਦੇਖ ਰਹੇ ਹੋ, ਰੰਗਤ ਦੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਕ ਮਾਡਲ ਪੋਲਿੰਗ ਬੂਥ ਹੈ, ਨਾਲ ਦੇ ਨਾਲ ਇੱਕ ਪਿੰਕ ਪੋਲਿੰਗ ਬੂਥ ਹੈ ਜਿੱਥੇ ਔਰਤਾਂ ਹੀ ਸਭ ਕੁਝ ਸੰਭਾਲ ਰਹੀਆਂ ਨੇ ਔਰ ਇਹ ਦੱਸ ਰਹੀਆਂ ਨੇ ਕਿ ਹਮ किसी से कम नहीं।